ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤ ਨਾ ਸਿਫਤੀ ਕਹਣ ਨਾ ਅੰਤ। ਕੀ ਕੋਈ ਤਰੀਕਾ ਹੋ ਸਕਦਾ ਹੈ ਜਿਸ ਦੇ ਨਾਲ ਅਸੀਂ ਗੁਰਬਾਣੀ ਸਰਵਣ ਕਰਨ ਵਾਲੇ ਨੂੰ ਦੱਸ ਸਕੀਏ ਵੀ ਇਹ ਅੰਤ ਤੱਤੇ ਔਂਕੜ ਵਾਲਾ ਹੈ ਤੇ ਇਹ ਤੱਤਾ ਮੁਕਤਾ ਵਾਲਾ ਹੈ? ਪਰ ਕੀ ਇਹਦੇ ਚ ਇੰਨਾ ਕੋਈ ਬਹੁਤਾ ਅੰਤਰ ਹੈ ਕਿ ਜਿਹੜਾ ਦੱਸਣਾ ਜ਼ਰੂਰੀ ਹੋਏ? ਇਸ ਦੀ ਵਿਚਾਰ ਆਪਾਂ ਸ਼ੁਰੂਆਤੀ ਤੌਰ ਤੇ ਕਰਦੇ ਹਾਂ ਕਿ ਇਹ ਕੀ ਕਿਹਾ ਜਾ ਰਿਹਾ ਹੈ। ਅੰਤ ਨਾ ਸਿਫਤੀ, ਜਦੋਂ ਤੱਤੇ ਨੂੰ ਔਂਕੜ ਆ ਗਿਆ, ਇਹ ਹੈ ਦਾ ਐਂਡ। ਤੈਨੂੰ ਬੁੱਝਣ ਦੀ ਕੋਸ਼ਿਸ਼ ਕਰੀਏ, ਤੇਰੇ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕਰੀਏ, ਤੇਰਾ ਵਿਖਿਆਨ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਉਸ ਦੇ ਰਾਹੀਂ ਓੜਕ ਉਹ ਅੰਤ ਨਹੀਂ ਪਾਇਆ ਜਾ ਸਕਦਾ। ਉਹ ਵਾਲਾ ਅੰਤ, ਆਖਰੀ ਐਂਡ, ਦਾ ਐਂਡ, ਉਹ ਹੈ ਅੰਤ ਤੱਤਾ ਔਂਕੜ। ਅੰਤ ਤੇ ਜੇ ਹੁਣ ਤੇਰੇ ਕੇ ਅੰਤ ਨਹੀਂ ਪਾਏ ਜਾ ਸਕਦੇ, ਫਿਰ ਤੇਰੇ ਸਿਰੇ ਨਹੀਂ ਪਾਏ ਜਾ ਸਕਦੇ, ਤੇਰੇ ਸਿਰੇ ਨਹੀਂ ਲੱਭੇ ਜਾ ਸਕਦੇ। ਤੇ ਦੋਨਾਂ ਦਾ ਭਾਰੀ ਮਤਲਬ ਫਰਕ ਹੈ। ਕੇ ਅੰਤ, ਕਾ ਅੰਤ। ਤੇ ਜਿਹੜਾ ਹੁਣ ਕੀ ਤਰੀਕਾ ਹੋ ਸਕਦਾ ਹੈ ਗੁਰਬਾਣੀ ਦੇ ਉਚਾਰਨ ਵਿੱਚ ਕਿ ਗੁਰਬਾਣੀ ਸਰਵਣ ਕਰਨ ਵਾਲੇ ਨੂੰ ਪਤਾ ਲੱਗ ਜਾਏ ਇਹ ਮਤਲਬ ਕਈ ਸਿਰੇ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਉਹ ਆਖਰੀ ਅੰਤ ਲੱਭਣ ਦੀ ਗੱਲ ਹੋ ਰਹੀ ਹੈ। ਜਿਹੜੇ ਵੀ ਮੁਕਤੇ ਨੇ, ਜਿਵੇਂ ਕੱਕਾ ਕੱਖਾ ਗੱਗਾ ਗੱਗਾ, ਚੱਚਾ ਛੱਛਾ ਜੱਜਾ, ਤੱਤਾ ਥੱਥਾ ਦੱਦਾ, ਇਹ ਸਾਰੇ ਇਹਨਾਂ ਦੀ ਇਹ ਮੁਕਤੇ ਦੀ ਜਦੋਂ ਨੂੰ ਕੋਈ ਮਾਤਰਾ ਨਹੀਂ ਲੱਗੀ ਤਾਂ ਇਹ ਇੱਕ ਮੁਕਤੇ ਦੀ ਧੁਨੀ ਹੈ। ਇਸ ਧੁਨੀ ਨੂੰ ਅਸੀਂ ਦੋ ਤਰੀਕੇ ਨਾਲ ਕਰੀਏ ਦੇ, ਇੱਕ ਕਰ ਦਈਏ ਲਘੂ ਧੁਨੀ, ਇੱਕ ਕਰ ਦਈਏ ਦੀਰਘ ਧੁਨੀ। ਕਿੱਦਾਂ ਹੋ ਸਕਦੀ ਹੈ? ਅਸੀਂ ਅੰਤ ਦੀ ਗੱਲ ਕਰ ਰਹੇ ਹਾਂ ਤੇ ਤੱਤੇ ਦੀ ਜਿਹੜੀ ਸਾਰੀ ਲਾਈਨ ਹੈ, ਕਿਉਂਕਿ ਇਹ ਜੋ ਗੁਰਮੁਖੀ ਦੀ ਜੋ ਜਿਹੜੇ ਦੀ ਮੁਹਾਰਨੀ ਹੈ, ਗੁਰਮੁਖੀ ਦੀ ਜੋ ਇਹ ਵਿਅੰਜਨ ਨੇ, ਇਹਨਾਂ ਨੂੰ ਇਸ ਤਰ੍ਹਾਂ ਰੱਖਿਆ ਗਿਆ ਕਿ ਉਹ ਜੀਭ ਉੱਪਰਲਾ ਤਲ ਤੇ ਬੁੱਲਾਂ ਦੀ ਤੇ ਦੰਦਾਂ ਦੇ ਪਿਛਲੇ ਪਾਸੇ ਦੀ, ਇਹਦੀ ਸਾਰੇ ਦੀ ਵਰਤੋਂ ਦੇ ਹਿਸਾਬ ਦੇ ਨਾਲ ਇਹਨਾਂ ਦਾ ਵਰਗੀਕਰਨ ਕੀਤਾ ਗਿਆ। ਜਦੋਂ ਸਿਰਫ ਜੋੜਦੇ ਹੀ ਆ ਤਾਂ ਇਹ ਬਣ ਜਾਂਦੀ ਹੈ ਅੰਤ। ਅੰਤ ਜਦੋਂ ਉਸ ਨੂੰ ਛੋੜਦੇ ਆ ਤੇ ਇਹ ਬਣ ਜਾਂਦੀ ਹੈ ਦੀਰਘ। ਅੰਤ, ਇੱਕ ਹੈ ਅੰਤ, ਇੱਕ ਹੈ ਅੰਤ। ਅੰਤ ਅੰਤ। ਤੋ ਇਹ ਜੋ ਇਹਦੇ ਨਾਲ ਸਾਡੇ ਕੋਲ ਦੋ ਧੁਨੀਆਂ ਨਿਕਲ ਆਈਆਂ ਅੰਤ ਵਿੱਚ ਹੀ। ਅੰਤ ਇੱਕ ਧੁਨੀ ਹੈ, ਅੰਤ ਦੂਜੀ ਧੁਨੀ ਹੈ। ਤਾਂ ਇਹਦੇ ਨਾਲ ਜੇਕਰ ਇਹਨਾਂ ਦੋਨਾਂ ਦੀ ਸੁਚੱਜੀ ਵਰਤੋਂ ਕੀਤੀ ਜਾਏ ਤਾਂ ਸਾਡੇ ਕੋਲ ਜਿਹੜੇ ਦੋ ਅੰਤ ਨੇ, ਇਹ ਜਿਹੜਾ ਮਹੱਤਵ ਇਸ ਦੋਨਾਂ ਅੰਤਾਂ ਦਾ ਗੁਰਬਾਣੀ ਵਿੱਚ ਹੈ। ਪੰਜਾਬੀ ਹਿੰਦੀ ਵਿੱਚ ਕੇਵਲ ਇੱਕ ਅੰਤ ਹੈ, ਉੱਥੇ ਇਹਦੀ ਵਿਚਾਰ ਉੱਥੇ ਹੋਈ ਨਹੀਂ। ਇਸ ਕਰਕੇ ਗੁਰਬਾਣੀ ਨੂੰ ਵੀ ਪੰਜਾਬੀ ਦੇ ਉਚਾਰਨ ਦੀ ਜਾਣਕਾਰੀ ਦੇ ਨਾਲ ਹੀ ਜਦੋਂ ਅਸੀਂ ਗੁਰਬਾਣੀ ਦਾ ਉਚਾਰਨ ਕਰਦੇ ਹਾਂ ਤਾਂ ਇਸ ਕਰਕੇ ਸਾਡੇ ਕੋਲ ਅੰਤ ਤੱਤਾ ਮੁਕਤਾ ਤੇ ਅੰਤ ਤੱਤਾ ਨੂੰ ਔਂਕੜ ਦੀਆਂ ਦੋ ਧੁਨੀਆਂ ਦੀ ਜਿਹੜੀ ਲੋੜ ਹੈ, ਇਹ ਲੋੜ ਸਾਨੂੰ ਗੁਰਬਾਣੀ ਵਿੱਚ ਮਹਿਸੂਸ ਨਹੀਂ ਪਏਗੀ। ਇਸ ਦੀ ਲੋੜ ਹੀ ਪੰਜਾਬੀ ਵਿੱਚ ਨਹੀਂ ਹੈ, ਕਿਉਂਕਿ ਉੱਥੇ ਦੋ ਹੈ ਹੀ ਨਹੀਂ। ਹੁਣ ਸਾਡੇ ਕੋਲ ਦੋ ਧੁਨੀਆਂ ਜਿਹੜੀਆਂ ਬਣੀਆਂ, ਅੰਤ ਅੰਤ, ਅੰਤ ਅੰਤ, ਅੰਤ ਅੰਤ। ਹੁਣ ਇੱਥੇ ਹੈ ਅੰਤ ਨਾ ਸਿਫਤੀ, ਅੰਤ ਨਾ ਸਿਫਤੀ। ਤੇ ਜਦੋਂ ਅਸੀਂ ਅੰਤ ਨਾ ਸਿਫਤੀ ਕਿਹਾ ਤਾਂ ਇਹਦੇ ਨਾਲ ਗੁਰਬਾਣੀ ਸਰਵਣ ਕਰਨ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਅੰਤ ਨਹੀਂ ਕਿਹਾ ਹੈ, ਅੰਤ ਕਿਹਾ ਹੈ। ਅੰਤ ਨਾ ਸਿਫਤੀ। ਤਾਂ ਉਹ ਜਿਹੜਾ ਔਂਕੜ, ਹੁਣ ਇਹਦੇ ਨਾਲ ਫਰਕ ਕੀ ਪਿਆ ਕਿ ਉਹ ਆਖਰੀ ਹੱਦ, ਆਖਰੀ ਅੰਤ ਨਹੀਂ ਪਾਇਆ ਜਾ ਸਕਦਾ। ਕਿਵੇਂ? ਸਿਫਤੀ, ਸਿਫਤ ਕਰਨ ਦੇ ਨਾਲ, ਵਿਆਖਿਆ ਕਰਨ ਦੇ ਨਾਲ, ਉਸਦੇ
ਸਾਰੀ ਸਮੁੱਚੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ। ਔਰ ਇਸ ਨੂੰ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਇਹ ਕਹਿਣ 'ਚ ਕਿ ਅਸੀਂ ਉਸ ਦੀ ਪ੍ਰੇਜ਼ ਕਰਦੇ ਹਾਂ। ਸਿਫਤ ਦਾ ਮਤਲਬ ਉਹ ਬਿਆਨ ਹੈ। ਅੰਤ ਦਾ ਦੁਬਾਰਾ ਦੱਸੋਗੇ? ਅੰਤ ਦਾ ਰੈਫਰੈਂਸ ਕੀ ਲੈ ਰਹੇ ਹਾਂ ਅਸੀਂ? ਅੰਤ ਨਾ ਸਿਫਤੀ, ਕਿਉਂਕਿ ਅੰਤ ਜਦੋਂ ਤੱਤੇ ਦੇ ਔਂਕੜ ਨਾਲ ਆਉਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਆਖਰੀ ਐਂਡ, ਕਿ ਸਾਰੀ ਡਿਸਕ੍ਰਿਪਸ਼ਨ ਹੋ ਗਈ ਟੂ ਡਿਸਕ੍ਰਾਈਬ ਗॉड in a way that you have finally described the God. The final description, full stop, that is ant. Ant. Complete description. Okay. ਜਦੋਂ ਅਸੀਂ ਕਹਤਾ ਵੀ ਅਸੀਂ ਉਸ ਇਸ ਕਰਕੇ ਅੰਤ ਤੋਂ ਵੱਖਰੇਵਾਂ ਕਰਨਾ ਜ਼ਰੂਰੀ ਹੈ ਕਿ ਇਹਨਾਂ ਦੋਨਾਂ ਦਾ ਭਾਰੀ ਮਤਲਬ ਹੈ ਕਿ ਮੈਨੂੰ ਇੱਕ ਗੱਲ ਪਤਾ ਲੱਗੀ ਹੈ, ਤੁਹਾਨੂੰ ਦੂਜੀ ਗੱਲ ਪਤਾ ਲੱਗੀ ਹੈ, ਇੱਕ ਨੂੰ ਹੋਰ ਗੱਲ ਪਤਾ ਲੱਗੀ ਹੈ। ਇਹ ਅੰਤ ਨੇ ਤੱਤੇ ਨੂੰ ਮੁਕਤੇ ਵਾਲੇ, ਕਿ ਇੱਕ ਸਿਰਾ ਮੈਨੂੰ ਪਤਾ ਲੱਗਿਆ, ਇੱਕ ਸਿਰਾ ਉਹਨਾਂ ਨੂੰ ਪਤਾ ਲੱਗਿਆ, ਇਹ ਦੋਨੇ ਸਿਰੇ ਮਿਲ ਕੇ ਸਾਨੂੰ ਥੋੜੀ ਜ਼ਿਆਦਾ ਸੋਝੀ ਆਈ ਹੈ। ਪਰ ਇਹ ਸਿਰੇ ਨੇ ਆਖਰੀ ਸਿਰਾ ਹੈ ਕਿ ਸਾਰਾ ਕੁਝ ਰਲਾ ਕੇ ਹੁਣ ਸਿਰਾ ਲੱਭ ਲਿਆ ਸੀ। ਉਹ ਸਿਰਾ ਹੈ ਕੰਪਲੀਟ ਡਿਸਕ੍ਰਿਪਸ਼ਨ, ਉਹ ਹੈ ਅੰਤ ਤੱਤੇ ਨੂੰ ਔਂਕੜ ਵਾਲਾ। ਅੰਤ ਨਾ ਸਿਫਤੀ, ਇਸੇ ਕਰਕੇ ਗੁਰੂ ਸਾਹਿਬ ਅੰਤ ਨਾ ਸਿਫਤੀ। ਜਦੋਂ ਗੁਰੂ ਸਾਹਿਬ ਇਸ ਨੂੰ ਅੰਤ, ਪਰ ਜਦੋਂ ਦੇਖੋ ਤਾ ਕਾ ਅੰਤ ਇੱਕ ਗੱਲ ਹੈ, ਤਾ ਕੇ ਅੰਤ ਇਹ ਦੂਜੀ ਗੱਲ ਹੈ। ਤਾ ਕੇ ਅੰਤ, ਤਾ ਕੇ ਅੰਤ, ਤਾ ਕਾ ਅੰਤ, ਤਾ ਕਾ ਅੰਤ, ਤਾ ਕੇ ਅੰਤ, ਤਾਂ ਇਹਨਾਂ ਦੋਨਾਂ ਦਾ ਭਾਰੀ ਮਤਲਬ ਹੈ। ਅੱਛਾ, ਹੁਣ ਚੱਲਦੇ ਹਾਂ ਅਸੀਂ ਅੰਤ ਨਾ ਸਿਫਤੀ, ਕਿ ਉਸ ਦਾ ਵਿਆਖਿਆਨ ਕਰਨ ਦੇ ਨਾਲ, ਉਸ ਦੇ ਬਾਰੇ ਵਿਆਖਿਆ ਕਰਨ ਦੇ ਨਾਲ, ਉਸ ਦੇ ਬਾਰੇ ਉਸ ਨੂੰ ਬੁੱਝਣ ਦਾ ਅੰਤ ਨਹੀਂ ਪਾਇਆ ਜਾ ਸਕਦਾ। ਔੜਕ ਫਾਈਨਲ ਵੀ ਹਾਂਜੀ ਇਹ ਬੁੱਝ ਲਿਆ ਸੀ ਸਾਰਾ, ਉਸ ਦੀ ਕੰਪਲੀਟ ਵਿਆਖਿਆ ਹੋ ਗਈ ਹੈ, ਇਹ ਨਹੀਂ ਹੋ ਸਕਦਾ, ਇਹ ਪੋਸੀਬਲ ਨਹੀਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਰਾਣੇ ਨੂੰ ਸਿਹਾਰੀ ਕਹਿਣ ਨਾ ਅੰਤ, ਕਹਿਣ ਦੇ ਨਾਲ ਅੰਤ ਨਹੀਂ ਪਾਇਆ ਜਾ ਸਕਦਾ, ਫਿਰ ਅੰਤ ਨਹੀਂ ਪਾਇਆ ਜਾ ਸਕਦਾ, ਫਿਰ ਅੰਤ ਤੱਤਾ ਔਂਕੜ, ਕਹਿਣ ਨਾ ਅੰਤ, ਅੰਤ ਨਾ ਸਿਫਤੀ, ਕਹਿਣ ਨਾ ਅੰਤ। ਅੱਛਾ, ਕਹਿਣ ਜਿਹੜਾ ਹੈ ਇਸ ਦੀ ਧੁਨੀ ਗੁਰਬਾਣੀ ਦੀ ਕਿੰਨੀ ਅਲੌਕਿਕ, ਕਿੰਨੀ ਵਿਲੱਖਣ ਹੈ। ਮੈਨੂੰ ਬਹੁਤ ਅਚੰਭਾ ਹੁੰਦਾ ਹੈ ਕਿ ਜਦੋਂ ਇਸ ਨੂੰ ਕਿਹੜੀ ਭਾਸ਼ਾ ਦੇ ਹਿਸਾਬ ਨਾਲ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਵਿਅੰਜਨ ਹਾਹੇ ਤੋਂ ਪਹਿਲਾਂ ਹੈ ਉਸ ਨੂੰ ਦੁਲਾਂ ਬਣਾਉਣੀ ਹੈ, ਇਸ ਦਾ ਉਚਾਰਨ ਕਹਿਣ ਦੀ। ਉਸ ਅਸਲ 'ਚ ਨਾ ਜਿਹੜਾ ਸਾਡੇ ਮਨ 'ਚ ਫਿਤਰਤ ਪੰਜਾਬੀ ਭਾਸ਼ਾ ਦਾ ਜਿਹੜਾ ਇੰਨਾ ਸਾਡੇ ਮਨ ਦੇ ਉੱਪਰ ਅਸਰ ਹੈ ਕਿ ਅਸੀਂ ਗੁਰਬਾਣੀ ਦਾ ਪੰਜਾਬੀਕਰਨ, ਫਿਰ ਸਾਡੇ ਮਨ ਤੇ ਹਿੰਦੀ ਦਾ ਵੀ ਅਸਰ ਹੈ, ਸੇ ਗੁਰਬਾਣੀ ਦਾ ਹਿੰਦੀਕਰਨ। ਅਸੀਂ ਫਾਰਸੀ ਬਹੁਤੀ ਜਾਣਦੇ ਤਾਂ ਨਹੀਂ, ਪਰ ਬੜਾ ਸਾਨੂੰ ਗਰਵ ਜਾਂ ਸਾਹਿਤਕ ਗਰਵ ਜਾਂ ਮਹਿਸੂਸ ਹੁੰਦਾ ਹੈ ਫਾਰਸੀ ਦੇ ਏਜੰਟ ਬਣ ਕੇ, ਫਾਰਸੀ ਦੀ ਗੱਲ ਕਰਕੇ, ਉਹ ਗੁਰਬਾਣੀ ਦਾ ਫਾਰਸੀਕਰਨ। ਗੁਰਬਾਣੀ ਵਿਲੱਖਣ ਹੈ ਸਾਰੀਆਂ ਭਾਸ਼ਾਵਾਂ ਤੋਂ। ਸਾਨੂੰ ਇਸ ਗੱਲ ਨੂੰ ਪੱਲੇ ਬਿਲਕੁਲ ਬੰਨ ਲੈਣਾ ਚਾਹੀਦਾ ਹੈ ਕਿ ਗੁਰਬਾਣੀ ਨੂੰ ਗੁਰਬਾਣੀ ਵਾਂਗੂ ਸਮਝਣਾ ਹੈ। ਗੁਰਬਾਣੀ ਨੂੰ ਪੰਜਾਬੀ ਵਾਂਗੂ, ਹਿੰਦੀ ਵਾਂਗੂ, ਫਾਰਸੀ ਵਾਂਗੂ, ਸੰਸਕ੍ਰਿਤ ਵਾਂਗੂ ਜਾਂ ਕਿਸੇ ਵੀ ਦੁਨੀਆ ਦੀ ਹੋਰ ਭਾਸ਼ਾ ਵਾਂਗੂ ਨਹੀਂ ਸਮਝਣਾ ਹੈ। ਸਾਨੂੰ ਗੁਰਬਾਣੀ ਨੂੰ ਗੁਰਬਾਣੀ ਵਾਂਗੂ ਸਮਝਣਾ ਹੈ। ਜੋ ਗੁਰਬਾਣੀ ਦੀਆਂ ਗੱਲਾਂ ਨੇ, ਜੋ ਗੁਰਬਾਣੀ ਦੇ ਨਿਯਮਾਵਲੀ ਹੈ, ਜੋ ਗੁਰਬਾਣੀ ਦੀ ਵਿਆਕਰਣ ਹੈ, ਇਹ ਸਾਰੀਆਂ ਬਾਕੀ ਦੁਨੀਆ ਦੀ ਭਾਸ਼ਾਵਾਂ ਤੋਂ ਵਿਲੱਖਣ ਹੈ। ਕਹਿਣ ਕਿੰਨਾ ਸੁਚੱਜਾ, ਕਿੰਨਾ ਸੁੰਦਰ ਵੱਖਰਾ ਇੱਕ ਧੁਨੀ ਹੈ ਕਹਿਣ। ਉਹਨੂੰ ਕਹਿਣ, ਮੇਰਾ ਕਹਿਣਾ ਨਹੀਂ ਮੰਨਦਾ, ਉੱਥੇ ਲਿਆਉਣਾ ਚਾਹੁੰਦੇ ਹਾਂ ਅਸੀਂ ਪੰਜਾਬੀ ਦੇ ਮੇਰਾ ਕਹਿਣਾ। ਕੱਕਾ ਹਾਹੜ ਨੂੰ ਕਹਿਣਾ ਚਾਹੁੰਦੇ ਹਾਂ, ਕਹ ਕਿਉਂ ਨਹੀਂ ਕਹਿਣਾ ਚਾਹੁੰਦੇ? ਕਹ ਦੀ ਕਿੰਨੀ ਸੁੰਦਰਤਾ ਹੈ,
इसकी धुनी है। गुरु साहब ने गुरबाणी दियां धुनियां विलक्षण कीतियां ने। इस करके कुछ अखर जानबूझ के जिहड़े सीगे उस वेले मौजूद सी, यही गल शशे ते आउंदी है। और हुण दे आप मुहारे जिस तरह कोई मुहारत अपनी दसदे ने ते गल्लां करदे ने कि उस वेले शशा नहीं सी। भाई क्यों नहीं सी? संस्कृत उस तो पहलां दी है। दो शशे तो संस्कृत ते हिंदी जी आ गए। एक रारे दे उपर उहदी कुंडी जी करके वो एक वो शशा है, एक पप्पे दे पेट च तिरछी लाइन मारी है वो शशा है। दो शशे तो हिंदी जी आ गए, संस्कृत चो ही आए ने। तो उस वेले शशे सी। गुरु साहब ने गुरमुखी दी जदों व्यंजना दी सूची कीती, ਉਹਦੇ ਵਿੱਚ ਸ਼ਸ਼ੇ ਨੂੰ ਹੁੰਦਿਆਂ ਸੁੰਦਿਆਂ ਸ਼ਸ਼ਾ ਸੀ, ਸ਼ਸ਼ੇ ਨੂੰ ਸ਼ਾਮਲ ਨਹੀਂ ਕੀਤਾ। गुरु साहब दी एक इस जो गुरबाणी दी धुनियां दी विलक्षणता है, पर असी रलगड़ करन दा इन्ने हट जिहड़ा कीता होया है, वो उस तो गुरेज करना चाहिए। ये साडी वो सीमत जिहड़ी पंजाबी दी ऐनक दे राही असी सारा कुछ देखदे हां, वो उसदी सीमत जिहड़ी है साडी अप्रोच साडी जिहड़ी हो जांदी है, उस दे नाल गुरबाणी दी विशालता नूं असी माप नहीं सकते हाँ। ते जिहड़ा कारज गुरु साहब ने अपने कर कमलां नाल मुकम्मल कीता होया, उस दे विच कोई रद्दो बदल करना ये कोई किसी पासे दी सियाणप वांगू इसनूं नहीं लिया जा सकता। ये इयाणापन है, ये मुगध इयाण वाला कारज है। तो असी कहण नूं कहण ही बोलांगे, कहण नहीं बोलना। अंत न सिफती, कहण न अंत। तो अंत दा जो भारी महत्व है कि ये आखिरी अंत है, क्योंकि तत्ते नूं औंकड़ है, द एंड। अंत न करण है, देण न अंत। एक तां साडे वल्लों गुरु साहब दीयां तुकां इस तरह देखो चलदियां। एक तां असी अंत न सिफती कि मैं नहीं उसका बयान कर सकता, उसका आखिरी बयान नहीं किया जा सकता। मैं कहण दे नाल जे मैं कुछ बोला, कुछ व्याख्या करा, ते तां मैं अंत नहीं पा सकता, अंत तक नहीं पुज सकता। कहण ना अंत। ते हुण गुरु अकाल पुरख वल्लों अंत ना करना है, ते तेरा भी जो तो कीता है, इन्ना सारा जो कीता, जेता कीता तेता ना, जो तो कीता हुआ अंत ना करना, अंत ना करना। तेरा जो तो कीता है, इसका अंत कोई नहीं। किन्ना की असी इसनूं समझ ही नहीं सकते, किन्ना कुछ कीता होया। अंत न करना, देण न अंत। तो जो तू दाता दे रहे हैं, लैदे थक पाए हो सकता है, पर देदा दे, देण वाला दे ही जा रहा है। देण न अंत, उसका भी अंत नहीं पा सकती। किन्ना कुछ दिता है, ते किन्ना दे रहा, ते किन्ना दे ही जाना है। ये सारा पसारे का अंत नहीं हो सकता। मेरे वालों नहीं हो सकती सिफत, ते उहदे वाला करने दा, उसदियां दात दा अंत ना करना, देण ना अंत। ते जे मैं देखा अंत ना वेखण, अखी वेख न रजिया बहु रंग तमासे। अंत नहीं है। अंत ना वेखण, सुनण ना अंत। और इन्ना कुछ सानू सुनन नू मिल सकता है, ਜਿਹੜੀਆਂ आवाज़ां असी करते हैं वो तो अपने वालों करते ही हाँ। ਜਿਹੜਾ पाउण ਦੀਆਂ आवाज़ां ने, पानी ਦੀਆਂ आवाज़ां ने, बैसंतर अग ਦੀਆਂ आवाज़ां ने, लोगां दे सुभाਅ ਦੀਆਂ आवाज़ां ने, जी जंत ਜਿਹੜੇ ਅਸੀਂ हले गिणने ने ते ਜਿਹੜੇ गिण ले ने उन्हां ਦੀਆਂ आवाज़ां ने, शांति दी जो आवाज है, चुप दी आवाज है, सुनन ना अंत। अंत नहीं है। ये नहीं कभी भी हो सकता कि सारा कुछ सुन लिया है। असी सुनी जा रहे हैं ते होर सुनी जा रहे हैं।
सुनन ना अंत। फिर गुरु साहब बारे, फिर अकाल पुरख बारे, अंत न जापै। जापै बड़ा कीमती शब्द है। जिथे जिथे गुरु साहब ने जपना किया, बहुती बार उसका असल मैना जापना ही हुंदा है। जापना, बुझना, समझना। अंत न जापै, क्या मन मंत भी अकाल पुरख तेरे मन च की सी ते की है ते की होएगा, की चल रहा है, मैं किथे जाप सकदा। अंत न जापै, अंत न जापै, क्या मन मंत। मन नन्हे नसिहारी, मन विच तेरे मन विच की चल रहा है। अंत न जापै, कीता आकार, किन्ना वड्डा आकार है। आकार दियां तह किन्नियां ने, किन्ने वड्डे वड्डे विशाल नदियां, झरने, समुंदर, पहाड़, जंगल, किन्नी बनस्पत है। की कुछ समुंदर तो ऊपर जा रहा है, हवा च की कुछ है। अंत ना जापै, कीता आकार, अंत न जापै पारावार। मैं तां उरला पर एदा बनना, परला बनना। परला बनना है किथे तक है। फिर गल इस धरती तक खत्म नहीं हो रही आकार दी। किन्ने प्लैनेट ने, इस तरह किन्नियां गैलेक्सीज ने। इन्ने तो नामकरण हो गए ने जिहड़े कि सानू कईयां दे ओ साडे साडे समझ च नहीं कि इन्ना खिलारा, इन्ना पासारा। ते जदों तो जूम आउट करदा ना जिहड़ी वीडियो च दिखांदे ने, ते असीं कित्थे रह जांदे आ। इन्ना वड्डा पसारा किवें जान सकदे आ। तो यह है गुरु साहिब दी कॉस्मिक आइडियालॉजी भी भाई वड्डा ही आख दिओ। इनू गिणन बह गए तो ना ते 18,000 ने, ते ना 7 पताल ने, ते ना 7 लोक ने, ना 7 स्वर्ग ने, ना ये हजारां ने, ते ना लखां ने, ते ना करोड़ां ने, ना अरबां ने। इन्हां नू गिणिया ही नहीं जा सकता। अंत न जापै, कीता आकार, अंत न जापै पारावार। इधरला बनना, उधरला बनना, उरवार पार, कोई हाथ ही खड़े करने ठीक है। अंत न जापै पारावार। किन्ने लोग ने जिहड़े कोशिशां करते ने, पहले हिम्मत करते ने, फिर मेहनत करते ने, फिर अंत नूं हार थक जो जाते ने, ते फिर ललकारियां कढ़ते ने भी सच्चे पातशाह तू ही दस। अंत कारण केते बिल लाहे, बिलकदे ने कि कुछ सोझी पै जाए, पता लग जाए। अंत कारण भी सानू अंत दा, अंत कारण केते बिल लाहे, ताके अंत, ताके अंत उस दे सिरे। हुण आ गया अंत। हुण ताका अंत नहीं है, ताका अंत, ताके अंत, ताके अंत ना पाए जाए। उस दे सिरे, सिरियां नूं भी असीं लभ नहीं सकते। ताके अंत ना पाए जाए। इन्नी बेअंत कुदरत है, इतना इतना विराट उसका पासारा है। एहो अंत, एहो अंत न जाना कोई। ए वाला जो द एंड है, जिहड़ा फाइनल ओढ़क आखिरी सिरा लभना, एहो अंत, एहो अंत न जाना कोई, किसे नू नहीं पता है। तो इस करके जेड़ी गल्लां कॉस्मिक जिहड़े क्लेम ने उहदे बारे वो सारी चीज नू
आउटराइटली ये क्या ना जाना है कोई, तो जो किया जा रहा है ये जान के नहीं किया जा रहा, ये अंदाजे लाए जा रहे, ये हो अंत न जाना है कोई, क्योंकि जिन्ना असी बोल सकते हैं समझ सकते हैं बहुता कही है बहुता होए, उदों पता लगता है कि ये तो इस तो अगे होर किन्ना, जिन्ना जानते हैं उत्थे तक सानू पता लगे, पर उन्ना होर पता लगता कि होर बहुता है, बहुता कही है बहुता होए। जिन्ना बहुता जानते हैं उन्नी ये समझ पैंदा कि होर बहुता पिया, बहुता कही है बहुता होए। वड्डा साहिब तो असली गल गुरु साहब कहते हैं कि इत्थे असी कहिए कि वड्डा साहिब, ते साहिब तू वड्डा है, तेनों वड्डा ही कह दिए, तेरा थान ऊंचा ऊंचा थाओ, तेरे तक पहुंचना ये साडे काया साडी पाया नहीं है, साडी कोई समर्था नहीं है। वड्डा साहिब ऊंचा थाओ ते ऊंचे उपरे, उस तो भी ऊंचा ऊंचा ना हो, ऊंचे उपरे ऊंचा ना। अच्छा ऊपर नु उपरे क्यों क्या, क्योंकि जेड़े संबंधक ने, जेड़े किसी चीज नाल संबंध उच्चे दे नाल संबंध ऊंचे उपरे, तो उपरे ऊपर जड़ा है उच्चे दे नाल संबंधक है, दस रहे उच्चे दे ऊपर, ये सारे संबंधकां नूं गुरु साहिब ने उचेच दे नाल सिहारियां लगाईयां, जिन्हां नूं गुरबाणी दा पाठ करन वाले नूं गुरबाणी दा पाठ करदियां वो सिहारियां नजरी पैंदियां ने, पर जेड़ा गुरबाणी सरवण कर रहा है गुरबाणी दा उच्चारण उहदे वास्ते है, उसनूं ये सिहारियां, क्योंकि विच सिहारी तो बिना भी है ते सिहारी नाल भी है, विच विचे विचे होएगा कि उसदे विच मन विच ते विच होएगा कल्ला बिना सिहारी तो विचोला, कोई विचोला नहीं है तेरे ते मेरे विच, उत्थे फिर चचा विच आएगा, चचे नु औंकड़ विच, पर चचे नु सिहारी विचे, तां हुण ये दोनां विचां दा उच्चारण, एक विच दा उच्चारण विचोला, एक विच दा उच्चारण अंदर विच, सरवण करने वाले ने क्यों पता लगेगा कि विच केड़ा है, औंकड़ वाला के सिहारी वाला है। इस करके सारे संबंधक अंतर अंतर रारा औंकड़ ते अंतर रारा सिहारी, अंतरे कि इस दे अंदर कमरे दे अंदर गुरुद्वारा साहब दे अंदर अंदरे, पर अंदर अंतर रारा औंकड़ मेरा हिरदा, मेरा अंतर, मेरा अंतरीव ओ अंतर, तो अंतर ते अंतरे, ऊपर ऊपरे विच विचे, इसी तरह ही मंझारे नाले ऊपरे, तो ये सारे जो सारियां ते जिहड़ी सिहारी लगी है गुरबाणी दा पाठ करने वाले नूं दसदी है, पर गुरबाणी व्याकरण आधारित जदों असीं गुरबाणी उच्चारण करते हैं तां ये वाली सिहारी उसनूं दर्शाउणी जरूरी है जो गुरबाणी दा पाठ दा सरवण कर रहे। तो इस करके इहदा असीं पाठ करांगे, ऊंचे उपरे ऊंचा ना। अच्छा उच्चे तो भी ऊपर उसका जो उसकी होंद है नाउ, उसकी जो होंद है जेड़ा जेता कीता तेता नाउ, ये जो नाउ दी उसकी होंद, इस दी होंद नूं जानना बुझना, उसका एहसास अपने मन च लैके आना, नाम सिमरन, इस नाम नूं सिमरना, नाम उसकी होंद है, नाम ऊंचे उपरे ऊंचा नाम, ते उसका नाम दा पसारा, उसका जो उसकी होंद दा पसारा है वो तां होर भी साडी पहुंच तो उच्चा है।
ਹੁਣ ਅਸੀਂ ਉਸ ਪਹੁੰਚ ਉਸਦਾ ਸਿਰਫ ਅਹਿਸਾਸ ਹੋ ਸਕਦਾ ਹੈ, ਅਸੀਂ ਇਹ ਸਿਰਫ ਸਿਮਰ ਸਕਦੇ ਹਾਂ, ਉਸਦੇ ਸਾਰੇ ਨਾਮ ਨੂੰ ਬੁੱਝ ਨਹੀਂ ਸਕਦੇ, ਉਸਦੀ ਥਾਂ ਨਹੀਂ ਪਾ ਸਕਦੇ, ਉਸਦਾ ਅੰਤ ਨਹੀਂ ਪਾ ਸਕਦੇ, ਪਰ ਉਸ ਨੂੰ ਸਿਮਰ ਸਕਦੇ ਹਾਂ, ਉਸਦੇ ਆਪਣੇ ਮਨ ਵਿੱਚ ਉਸਦਾ ਧਿਆਨ ਧਰ ਸਕਦੇ ਹਾਂ ਕਿ ਤੂੰ ਹੈ, ਤੂੰ ਹਰ ਵੇਲੇ ਮੈਨੂੰ ਦੇਖ ਰਿਹਾ, ਤੂੰ ਮੇਰੀ ਸੋਚ ਦੇ ਨਾਲ ਹੈ, ਮੇਰੇ ਬੋਲਾਂ ਦੇ ਨਾਲ ਹੈ, ਮੇਰੇ ਕੰਮਾਂ ਦੇ ਨਾਲ, ਤੂੰ ਮੇਰੇ ਨਾਲ ਹੈ, ਮੈਂ ਕਦੀ ਵੀ ਇਕੱਲਾ ਨਹੀਂ ਹਾਂ। ਨਾਮ ਧਿਆਨ, ਨਾਮ ਸਿਮਰਨ, ਜੇਤਾ ਕੀਤਾ ਤੇਤਾ ਨਾਮ, ਉੱਚੇ ਉੱਪਰੇ ਉੱਚਾ ਨਾਮ। ਤੇਰੀ ਹੋਂਦ ਜਿਹੜੀ ਹੈ, ਇਸ ਦਾ ਅੰਤ ਪਾਣਾ ਵੀ ਮੇਰੀ ਪਾਇਆ ਤੋਂ ਉੱਤੇ ਹੈ। ਮੈਂ ਸਿਰਫ ਤੇਰੀ ਹੋਂਦ ਦਾ ਅਹਿਸਾਸ ਹੀ ਮਨ ਚ ਲੈ ਸਕਦਾ ਤੇ ਮੇਰਾ ਨਾਮ ਸਿਮਰਨ ਹੋ ਜਾਏ, ਤੇ ਮੇਰਾ ਨਾਮ ਧਿਆਨ ਹੋ ਜਾਏ। ਉੱਚੇ ਉੱਪਰੇ ਉੱਚਾ ਨਾਮ। ਹੁਣ ਜੇ ਤੂੰ ਉਸਨੂੰ ਉਸਦਾ ਅੰਤ ਪਾਣਾ ਹੈ ਤਾਂ ਤੈਨੂੰ ਇੰਨਾ ਉੱਚਾ ਆਪ ਹੋਣਾ ਪਵੇਗਾ, ਉਹ ਕੋਈ ਹੋ ਨਹੀਂ ਸਕਦਾ। ਇਹ ਵਡ ਉੱਚਾ ਹੋਵੇ ਕੋਈ, ਜੇ ਕੋਈ ਐਡਾ ਉੱਚਾ ਹੋਏ, ਕਿਉਂਕਿ ਪਹਿਲੇ ਤੋਂ ਆਪ ਉੱਚਾ ਹੈ, ਉਸਦੀ ਹੋਂਦ ਉਸ ਤੋਂ ਵੀ ਉਸਦਾ ਪਸਾਰੇ ਵਿੱਚ ਐਡੀ ਉੱਚੀ ਹੈ। ਉੱਚੇ ਉੱਪਰੇ ਉੱਚਾ ਨਾਮ। ਇਹ ਵਡ ਉੱਚਾ ਹੋਵੇ ਕੋਈ, ਤਿਸ ਉੱਚੇ ਕਉ ਜਾਣੈ ਸੋਏ। ਉਹੀ ਜਾਣ ਸਕਦਾ ਹੈ ਐਡਾ ਉੱਚਾ ਕੌਣ ਹੋਏ। ਇਹ ਵਡ ਉੱਚਾ ਹੋਵੇ ਕੋਈ, ਤਿਸ ਉੱਚੇ ਕਉ ਜਾਣੈ ਸੋਏ। ਭਾਈ ਕਿਉਂ ਅਸੀਂ ਤਾਂ ਹੋ ਨਹੀਂ ਸਕਦੇ, ਕੋਈ ਨਹੀਂ ਹੋ ਸਕਦਾ। ਤਾਂ ਜੇ ਵਡ ਆਪ ਜਾਣੈ, ਆਪ ਦੋ ਵਾਰੀ ਆਪ ਕਹਿਣਾ। ਪਹਿਲੇ ਕਿਹਾ ਜੇ ਵਡ ਆਪ, ਕਿਉਂਕਿ ਇਹ ਵਡ ਅਸੀਂ ਤਾਂ ਹੋ ਨਹੀਂ ਸਕਦੇ, ਇਹ ਵਡ ਉੱਚਾ ਕੋਈ ਹੋ ਨਹੀਂ ਸਕਦਾ। ਤਾਂ ਜੇ ਵਡ ਉੱਚਾ ਉਹ ਆਪ ਹੈ, ਜਿੰਨਾ ਉੱਚਾ ਤੋਂ ਆਪ ਹੈ। ਜੇ ਵਡ ਆਪ ਜਾਣੈ, ਆਪ ਆਪਣੇ ਆਪ ਨੂੰ ਆਪ ਹੀ ਉਹ ਜਾਣਦਾ ਹੈ, ਅਸੀਂ ਨਹੀਂ ਪੁੱਛ ਸਕਦੇ। ਇਹ ਹੈ ਗੁਰਬਾਣੀ ਦੀ ਕਾਸਮਿਕ ਰੈਫਰੈਂਸ, ਇਹ ਗੁਰਬਾਣੀ ਦੀ ਕਾਸਮਿਕ ਆਈਡੀਓਲੋਜੀ। ਇਹ ਬਾਕੀ ਸਾਰੇ ਜਿਹੜੇ ਰੈਫਰੈਂਸਸ ਦਿੰਦੇ ਨੇ ਉਹਨਾਂ ਨੂੰ ਵੀ ਸ਼ੀਸ਼ਾ ਹੈ। ਵੀ ਪਲੀਜ਼ ਡੂ ਨਾਟ ਇੰਡਲਜ ਇਨਟੂ ਆਲ ਦਿਸ। ਜੇ ਵਡ ਆਪ ਜਾਣੈ, ਆਪ ਨਾਨਕ। ਇਹ ਮਨ ਹੁਣ ਧਿਆਨ ਨਾਲ ਸਮਝ ਇਸ ਗੱਲ ਨੂੰ, ਗੱਲ ਹੁਣ ਅੱਗੋਂ ਆਣੀ ਹੈ। ਨਦਰੀ ਕਰਮੀ ਦਾਤ, ਕਿ ਇਹ ਜੋ ਦਾਤ, ਇਹ ਸੋਝੀ, ਇਸ ਗੱਲ ਦਾ ਖਿਆਲ ਜੇ ਵਡ ਆਪ ਜਾਣੈ, ਆਪ ਇਸ ਦੀ ਸੋਝੀ ਬਖਸ਼ਿਸ਼ ਦੇ ਨਾਲ, ਕਰਮੀ ਉਸਦੀ ਮਿਹਰ ਹੋ ਜਾਏ। ਨਦਰੀ ਇਹ ਮਨ, ਨਾਨਕ ਇਹ ਮਨ ਧਿਆਨ ਨਾਲ ਸਮਝ ਲੈ ਇਸ ਗੱਲ ਨੂੰ। ਨਦਰੀ ਕਰਮੀ ਦਾਤ, ਇਹ ਜੋ ਦਾਤ ਹੈ, ਇਹ ਸੋਝੀ ਹੈ, ਇਹ ਉਸਦੀ ਨਦਰ, ਉਸਦੀ ਕਰਮ ਹੋ ਜਾਏ ਤਾਂ ਪ੍ਰਾਪਤ ਹੋਏ। ਇਹ ਜੋ ਇਹ ਤਤ ਗਿਆਨ, ਇਹ ਤਤ ਸੋਝ, ਇਹ ਤਤ ਦਾਤ ਉਸਦੀ ਨਦਰ ਔਰ ਉਸਦੀ ਕਰਮ ਦੇ ਨਾਲ ਸਾਡੀ ਝੋਲੀ ਵਿੱਚ ਪੈ ਸਕਦੀ ਹੈ। ਨਾਨਕ ਇਸ ਇਹ ਮਨ ਇਸ ਗੱਲ ਨੂੰ ਸਮਝ ਕਿ ਨਦਰੀ ਕਰਮੀ ਦਾਤ, तो ਇਹ ਦਾਤ ਸਾਨੂੰ ਪਾਤਸ਼ਾਹ ਸਾਡੀ ਝੋਲੀ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਮੈਨੂੰ ਲਾਸਟ ਫਿਰ ਤੋਂ ਸਮਝਾਓ, ਨਦਰੀ ਕਰਮੀ ਦਾਤ ਦਾ ਕੀ ਮਤਲਬ ਹੈ? ਜੋ ਇਹ ਸਾਰੀ ਵਿਚਾਰ ਆਪਾਂ ਕੀਤੀ, ਇਹ ਉਸਦੀ ਨਦਰ ਦੇ ਨਾਲ, ਮਿਹਰ ਦੇ ਨਾਲ, ਉਸਦੇ ਕਰਮ ਦੇ ਨਾਲ, ਉਸਦੀ ਬਖਸ਼ਿਸ਼ ਦੇ ਨਾਲ ਇਹ ਦਾਤ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਅਸੀਂ ਕਹਿ ਦਾਂਗੇ ਨਹੀਂ ਜੀ 17 ਧਰਤੀਆਂ ਨੇ, ਕੋਈ ਗੱਲ ਨਹੀਂ ਜੀ
17,000 ਨੇ, ਇੱਕ ਹੋਰ ਕਹੇਗਾ 17 ਲੱਖ ਨੇ, ਤੇ ਉਹ ਵੀ ਹੈਗੇ ਨੇ ਜਿਹੜੇ ਕਹਿੰਦੇ ਧਰਤੀ ਥੱਲੇ ਬਲਦ ਖੜਾ। ਉਹ ਭਾਈ ਕਿਹੜਾ ਬਲਦ, ਕਿੱਥੇ ਹੈ? ਪਰ ਕਹਿਤਾ ਤਾਂ ਗੁਰੂ ਸਾਹਿਬ ਇਹ ਕਹਿ ਰਹੇ ਨਾ ਜਾਣਾ ਕੋਏ। तो इस करके पर इस गल की सोझी जदों असी उसकी विशालता, उसकी विराटता, उसका जे पसारे का अंत नहीं पाया जा सकता, ये भारी सोझी है। तो इस सोझी बारे ये सोझी वो दात है भी ये दात तुहाडी चोली च पै सकती है उसके कर्म, उसकी बख्शिश दे नाल कि इत्थे असी मन करके इत्थे खड़ जाइए कि जो कुछ भी कहा जा रहा है, कोई कुछ भी क्या कहे, ये कोई असम्पशन है, ये कोई उसके मन की उडारी है, जानता नहीं है, ना जाना है कोई। तो इसकी सोझी हो जाना ये उसकी बख्शिश है। ये है नदरी कर्मी दात। ठीक है बेटा? हाँ जी, हाँ जी, हम ठीक है। क्वेश्चन नहीं है, एक बस लाइन सी कि अंत ना जापे क्या मन मंत, मतलब अंत ना जापे मतलब वो तो ये है कि अंत जाप नहीं रहा, मतलब अंत दिख नहीं रहा, क्या मन मंत का की मतलब है? भी अकाल पुरख दे मन विच की उन्हां दा प्लान है उसका अंत नहीं पाया जा सकता। सानू तो सिर्फ नजर ही पै रहा है, पार्शली जो असी समझ रहे हैं जो दा सारा पसारा है, पर ओदे मन च की है जिहदे करके सारा कुछ हुण चल रहा है, जो कीता है वो उसदे मन दा विच की है। मन तो खैर किसी दे बंदे दा भी नहीं पाया जा सकता, पर ये वो जो उन्होंने करता पसारा ते इस उन्हां दे कीते हुए कारज दा उन्हां दे मन च की प्लान है, की सीगा, की चल रहा है, उनके मन च किस तरह उसका अंत नहीं पाया जा सकता। अंत ना जापे क्या मन मंत, मन विच मंत की है, मन विच मनना की है, मन विच उन्हां दे की सलाह चल रही है, की उन्हां दी प्लानिंग है, तो उसका अंत नहीं पाया जा सकता। तो अकाल पुरख ने की सोच के असी दस नहीं सकते भी उन्होंने ये सोचा जिस करके आ बनाया, उन्होंने ये सोचा तो अग बनाई, ये सोचा पानी बनाया, उन्होंने की प्लान है उसका अंत नहीं पाया जा सकता जो उन्होंने मन, क्योंकि गल तुरी सारी एक अंकार एक पसारा, तो ये एक अंकार एक पसारा, तो ये एक जिन्हों असी एक ओंकार बोलते हैं, बट वो एक अंकार उसकी प्रोनाउंसिएशन गुरु साहब ने खुद करके रखी हुई है, गुरबाणी खुद उसका प्रोनाउंसिएशन है एक अंकार एक पसारा, एके तो सारा पसारा होया। तो एके दे मन च फिर की सी ओ वाली गल हो रही है, अंत ना जापे क्या मन। वाहिगुरु जी का खालसा, वाहिगुरु जी की फतेह।